ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੇ ਗੁਰਸਿੱਖ ਪਿਆਰੇ ਆਪਣੇ ਪਰਿਵਾਰ ਸਮੇਤ ਬੱਚਿਆਂ ਨਾਲ ਬੈਠ ਕੇ ਅਰਥਾਂ ਸਮੇਤ ਸਹਿਜ ਪਾਠ ਕਰਨਾ ਚਾਹੁੰਦੇ ਨੇ, ਉਹਨਾਂ ਵਾਸਤੇ ਇੱਕ ਕੰਟੀਨਿਊ ਸੀਰੀਜ਼ ਸ਼ੁਰੂ ਕੀਤੀ ਗਈ ਹੈ। ਅੱਧੇ ਘੰਟੇ ਦੀ ਵੀਡੀਓ ਤੁਸੀਂ ਗੁਰੂ ਦੇ ਪਿਆਰ ਵਿੱਚ ਆ ਕੇ ਫੋਲੋ ਕਰਨੀ ਹੈ। ਨਾਲੇ ਤੇ ਪਾਵਨ ਪਵਿੱਤਰ ਗੁਰਬਾਣੀ ਦਾ ਸਹਿਜ ਪਾਠ ਹੋ ਜਾਏਗਾ, ਨਾਲੇ ਅਰਥ ਸੁਣਦਿਆਂ ਸੁਣਦਿਆਂ ਸਾਡੇ ਅੰਦਰ ਇੰਸਟਾਲ ਹੋਣਗੇ। ਕਿਸੇ ਸਮੇਂ ਵੀ ਇਸ ਅਰਥਾਂ ਸਮੇਤ ਸਹਿਜ ਪਾਠ ਦੇ ਪਿਛਲੇ ਐਪੀਸੋਡਸ ਦੇਖਣ ਵਾਸਤੇ YouTube ਦੇ ਗੁਰਗਿਆਨ ਟੀਵੀ ਤੇ ਜਾਣਾ। ਇਹ ਲੋਗੋ ਤੁਹਾਨੂੰ ਦਿਖਾਈ ਦੇਗਾ। ਗੁਰਗਿਆਨ ਟੀਵੀ ਦੇ ਅੰਦਰ ਇੱਕ ਪਲੇਲਿਸਟ ਹੈ, SGGS ਸਹਿਜ ਪਾਠ ਵਿਦ ਮੀਨਿੰਗਸ। ਉਸ ਵਿੱਚ ਇਹ ਸਾਰੇ ਐਪੀਸੋਡਸ ਤੁਹਾਨੂੰ ਮਿਲ ਜਾਣਗੇ। ਜੇ ਤੁਸੀਂ ਹਾਲੇ ਤੱਕ ਗੁਰਗਿਆਨ ਟੀਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਦਾ ਬਟਨ ਜ਼ਰੂਰ ਦਬਾ ਦੇਣਾ, ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਪਹੁੰਚ ਜਾਇਆ ਕਰੇ। ਜਿਨ੍ਹਾਂ ਨੂੰ ਉਪਰਾਲਾ ਚੰਗਾ ਲੱਗਿਆ, ਆਪਣੇ ਮਿੱਤਰਾਂ, ਦੋਸਤਾਂ, ਰਿਸ਼ਤੇਦਾਰਾਂ ਨੂੰ ਜ਼ਰੂਰ ਇਹ ਲਿੰਕ ਭੇਜਣਾ। ਹਰ ਇੱਕ ਨੂੰ ਦੱਸਣਾ, ਆਓ ਲਾਹੇ ਪ੍ਰਾਪਤ ਕਰੀਏ ਜੀ। ਮਨ ਪੀਵੈ ਸੁਣ ਸ਼ਬਦ ਵਿਚਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ, ਜਿਮ ਜਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਦੀਦਾਰ ਕਰ ਰਹੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 108 ਦੇ ਉੱਪਰ ਅੰਕਿਤ ਮਾਝ ਰਾਗ ਦਾ 47ਵਾਂ ਸ਼ਬਦ ਸ਼ੁਰੂ ਹੋ ਰਿਹਾ ਹੈ। ਪੰਚਮ ਪਾਤਸ਼ਾਹ ਦਾ 40ਵਾਂ ਸ਼ਬਦ ਹੈ। ਆਓ ਕਰੀਏ ਦੀਦਾਰ ਜੀ। ਮਾਝ ਮਹੱਲਾ ਪੰਜਵਾਂ। ਮਾਝ ਰਾਗ ਦੇ ਵਿੱਚ ਧੰਨ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਇੱਕ ਅਵਸਥਾ ਜੋ ਸਾਡੇ ਅੰਦਰ ਬਣਨੀ ਚਾਹੀਦੀ ਹੈ, ਜਿਸ ਕਰਕੇ ਗੁਰਮੁਖ ਸੁਭਾਅ, ਗੁਰਮਤਿ ਵਾਲੀ ਸੋਚ ਆਏਗੀ। ਉਹ ਹੈ ਮਨ ਤਨ ਰਤਾ ਰਾਮ ਪਿਆਰੇ। ਵਾਹਿਗੁਰੂ ਜੀ ਦੇ ਪਿਆਰ ਵਿੱਚ ਮਨ ਤੇ ਤਨ ਰੰਗਿਆ ਗਿਆ। ਵਾਹਿਗੁਰੂ ਜੀ ਦੀਆਂ ਵਿਚਾਰਾਂ ਕਰਦੇ ਹਾਂ, ਮਨ ਭਿੱਜਦਾ ਏ ਰਸ ਵਿੱਚ। ਵਾਹਿਗੁਰੂ ਜੀ ਦੇ ਗੁਣਾਂ ਨੂੰ ਜ਼ਿੰਦਗੀ 'ਚ ਵਰਤਦੇ ਹਾਂ, ਗੁਣਾਂ ਨੂੰ ਪਰਉਪਕਾਰ ਲਈ ਵਰਤਦੇ ਹਾਂ। ਐਸਾ ਆਨੰਦ ਬਣਦਾ ਏ। ਜ਼ਿੰਦਗੀ ਦੇ ਉਤਰਾਅ ਚੜ੍ਹਾਅ, ਅਪ ਐਂਡ ਡਾਊਨ ਦੇ ਵਿੱਚ ਇਹ ਆਨੰਦ ਬਣਿਆ ਰਹਿੰਦਾ। ਆਪਣਾ ਜੀਵਨ ਵਾਹਿਗੁਰੂ ਜੀ ਦੇ ਲੇਖੇ ਲਾਉਣ ਦੀ ਭਾਵਨਾ ਬਣਦੀ ਹੈ। ਮਨ ਤੇ ਤਨ ਰੰਗਿਆ ਗਿਆ। ਗੁਰੂ ਦੀ ਬਾਣੀ, ਗੁਰਬਾਣੀ ਦੇ ਅੰਦਰ ਗੁਰੂ ਸਾਹਿਬ ਜੀ ਦੇ ਉਪਦੇਸ਼ ਰੱਬੀ ਉਪਦੇਸ਼ ਲੱਗਦੇ ਨੇ। ਗਿਆਨ ਰੂਪੀ ਨਾਮ ਮਹਿਸੂਸ ਹੁੰਦਾ, ਬੜਾ ਰਸ ਬਣਦਾ। ਸਰਵਸ ਦੀਜੈ ਆਪਣੇ ਬਾਰੇ। ਆਪਣਾ ਸਭ ਕੁਝ ਵਾਹਿਗੁਰੂ ਜੀ ਨੂੰ ਸਮਰਪਿਤ ਕੀਤਾ। ਸਭ ਕੁਝ ਵਾਹਿਗੁਰੂ ਜੀ ਦਾ ਹੈ। ਇਸ ਭਾਵਨਾ ਵਿੱਚ ਸ਼ੁਕਰਾਨੇ ਦੇ ਰਸ ਵਿੱਚ ਜਿਉਣ ਦੀ ਜੁਗਤਾਈ। ਆਠ ਪਹਿਰ ਗੋਬਿੰਦ ਗੁਣ ਗਾਈਐ, ਵਿਸਰ ਨਾਹੀ ਕੋਈ ਸਾਸਾ ਜੀਓ। ਆਠ ਪਹਿਰ ਹਰ ਵੇਲੇ ਵਾਹਿਗੁਰੂ ਜੀ ਦੇ ਗੁਣ ਗਾਈਏ, ਇੱਕ ਸਵਾਸ ਵੀ ਵਿਰਥਾ ਨਾ ਜਾਵੇ। ਗੁਣ ਗਾਉਣੇ, ਤਿੰਨ ਚੀਜ਼ਾਂ ਵਸਾ ਲੈਣੀਆਂ ਅੰਦਰ, ਆਪਾਂ ਪਿੱਛੇ ਵਿਚਾਰੀਆਂ ਸੀ। ਵਾਹਿਗੁਰੂ ਜੀ ਦੇ ਗੁਣਾਂ ਵਾਲਾ ਜੀਵਨ ਜਿਉਣਾ ਤੇ ਗੁਣ ਵਾਹਿਗੁਰੂ ਜੀ ਦੇ ਸਮਝ ਕੇ ਸ਼ੁਕਰਾਨਾ ਕਰਨਾ। ਨੰਬਰ 2, ਗੁਣਾਂ ਨੂੰ ਪਰਉਪਕਾਰ ਲਈ ਵਰਤਣਾ, ਜਿਸ ਦੇ ਨਾਲ ਸਮਾਜ, ਕੌਮ, ਦੇਸ਼ ਦਾ ਭਲਾ ਹੋ। ਨੰਬਰ 3, ਵਾਹਿਗੁਰੂ ਜੀ ਦੇ ਗੁਣਾਂ ਦੀਆਂ ਵਿਚਾਰਾਂ ਕਰਨੀਆਂ, ਡਿਸਕਸ਼ਨ ਕਰਨੀ, ਵਾਹਿਗੁਰੂ ਜੀ ਦੀਆਂ ਬਖਸ਼ਿਸ਼ਾਂ ਬਾਰੇ, ਗੁਰੂ ਸਾਹਿਬ ਜੀ ਦੀਆਂ ਸਿੱਖਿਆਵਾਂ ਬਾਰੇ। ਜਦੋਂ ਆਪਣੇ ਵਿਰਸੇ ਬਾਰੇ, ਵਾਹਿਗੁਰੂ ਜੀ ਦੇ ਰੱਬੀ ਮਾਰਗ ਬਾਰੇ, ਗੁਰੂ ਦੇ ਮਾਰਗ ਬਾਰੇ ਵਿਚਾਰਾਂ ਕਰੀਏ, ਮਨ ਭਿੱਜ ਜਾਵੇ, ਲੱਗੇ ਇਹ ਵਿਚਾਰਾਂ ਚੱਲਦੀਆਂ ਰਹਿਣ, ਚੱਲਦੀਆਂ ਰਹਿਣ, ਹੋਰ ਸੁਣੀਏ, ਹੋਰ ਸੁਣੀਏ।
ਹੋਰ ਵਿਚਾਰਾਂ ਕਰੀਏ, ਸਮਝ ਲਿਓ ਗੁਣ ਗਾਉਣ ਦੀ ਜੁਗਤ ਆ ਗਈ। ਵਿਸਰ ਨਾ ਕੋਈ ਸਾਸਾ ਜੀ, ਇੱਕ ਸਵਾਸ ਵੀ ਵਿਸਰੇ ਨਾ ਵਾਹਿਗੁਰੂ। ਸੋਈ ਸਾਜਨ ਮੀਤ ਪਿਆਰਾ, ਉਹ ਮਿੱਤਰ ਅਸਲੀ ਸੱਜਣ ਹੈ। ਪਿਆਰਾ ਵਾਹਿਗੁਰੂ ਜੀ, ਪਿਆਰੇ ਸਤਿਗੁਰੂ ਜੀ ਤੇ ਪਿਆਰੇ ਗੁਰੂ ਕੇ ਗੁਰਸਿੱਖ ਪਿਆਰੇ। ਰਾਮ ਨਾਮ ਸਾਧ ਸੰਗ ਵਿਚਾਰਾ, ਐਸਾ ਗੁਰੂ ਅਸਲੀ ਸੱਜਣ ਹੈ, ਮਿੱਤਰ ਹੈ, ਜਿਨ੍ਹਾਂ ਤੋਂ ਸਿੱਖ ਕੇ ਗੁਰੂ ਦੀ ਸੰਗਤ ਦੇ ਵਿੱਚ ਰਾਮ ਦੇ ਨਾਮ ਦੀ ਵਿਚਾਰ ਕਰਨ ਦੀ ਜੁਗਤ ਆਈ। ਰਾਮ ਦੇ ਨਾਮ ਦੀ ਵਿਚਾਰ ਕਰਨ ਦੀ ਇੱਕ ਰਸ ਬਣ ਗਿਆ, ਇੱਕ ਸੋਝੀ ਬਣ ਗਈ। ਇਸ ਨਾਮ ਦੀ ਵਿਚਾਰ ਗਿਆਨ ਰੂਪੀ ਨਾਮ ਦੀ, ਰੱਬ ਅਨੁਸਾਰ, ਗੁਰੂ ਦੀਆਂ ਸਿੱਖਿਆਵਾਂ ਅਨੁਸਾਰ ਸੁਭਾਅ ਕੈਸਾ ਹੋਣਾ ਚਾਹੀਦਾ ਹੈ, ਐਸੀਆਂ ਵਿਚਾਰਾਂ ਦੀ ਲੋੜ ਹੈ। ਸੁਭਾਅ ਵਿੱਚ ਕੀ ਕੁਛ ਨਹੀਂ ਹੋਣਾ ਚਾਹੀਦਾ ਜਿਹੜਾ ਰੱਬ ਨੂੰ ਚੰਗਾ ਨਹੀਂ ਲੱਗਦਾ, ਗੁਰੂ ਨੂੰ ਚੰਗਾ ਨਹੀਂ ਲੱਗਦਾ, ਉਸ ਪੱਖ ਦੀ ਵਿਚਾਰ ਕਰਨੀ ਚਾਹੀਦੀ ਹੈ। ਵਿਚਾਰ ਕਰਨ ਵਾਲੇ ਦੇ ਅੰਦਰ ਵੀ, ਸੁਣਨ ਵਾਲੇ ਦੇ ਅੰਦਰ ਵੀ ਇੱਕ ਰਸ ਬਣਿਆ ਹੋਵੇ, ਇੱਕ ਸਿੱਖਣ ਦੀ ਭਾਵਨਾ ਹੋਵੇ, ਆਪਣੇ ਆਪ ਨੂੰ ਬਦਲਣ ਦੀ ਭਾਵਨਾ ਹੋਵੇ। ਸੁਭਾਅ ਵਿੱਚ ਕੀ ਚੰਗਾਪਣ ਹੋਣਾ ਚਾਹੀਦਾ ਹੈ, ਸੋਚ ਵਿੱਚ ਕੀ ਨਹੀਂ ਹੋਣਾ ਚਾਹੀਦਾ, ਸੋਚ ਵਿੱਚ ਕਿਹੜੇ ਚੰਗੇ ਪੱਖ ਹੋਣੇ ਚਾਹੀਦੇ ਹੈ, ਇਹ ਵਿਚਾਰਾਂ ਗੁਰੂ ਪਾਤਸ਼ਾਹ ਦੇ ਉਪਦੇਸ਼, ਗੁਰਬਾਣੀ ਦੀ ਰੋਸ਼ਨੀ ਦੇ ਵਿੱਚ ਤੇ ਵਾਹਿਗੁਰੂ ਜੀ ਦੀ ਬਖਸ਼ਿਸ਼ ਲੈਣ ਦੀ ਭਾਵਨਾ ਬਿਰਤੀ ਦੇ ਵਿੱਚ ਇਹ ਵਿਚਾਰਾਂ ਕੋਈ ਕਰਨੀਆਂ ਸਿਖਾਵੇ। ਰਸ ਕਿਵੇਂ ਮਾਣਿਆ ਜਾਵੇ ਇਹ ਸਿਖਾਵੇ, ਉਹ ਮੇਰਾ ਅਸਲੀ ਸੱਜਣ ਮਿੱਤਰ ਹੈ, ਉਹ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਸੰਗ ਸਾਧੂ ਦਾ ਸੰਗ ਹੈ। ਆਖੋ ਸਾਧੂ ਸੰਗ ਤਰੀ ਜੈ ਸਾਗਰ, ਕਟਿਐ ਜਮ ਕੀ ਫਾਸਾ ਜੀਓ। ਅਗਰ ਕੋਈ ਕਿਸੇ ਮਹਾਂਪੁਰਸ਼ ਦਾ, ਕਿਸੇ ਸਾਧੂ ਮਹਾਤਮਾ ਦਾ, ਕਿਸੇ ਸੰਤ ਦਾ ਸ਼ਰਧਾਲੂ ਹੈ ਤਾਂ ਉਹ ਕਿਸੇ ਇੱਕ ਸਾਧੂ ਦਾ ਸ਼ਰਧਾਲੂ ਬਣਦਾ ਹੈ, ਇੱਕ ਮਹਾਂਪੁਰਸ਼ ਦਾ ਸ਼ਰਧਾਲੂ ਬਣਦਾ ਹੈ। ਪਰ ਜਿਤਨੇ ਵੀ ਮਹਾਂਪੁਰਸ਼ ਨੇ, ਜਿਤਨੇ ਵੀ ਸਾਧੂ ਸੰਤ ਨੇ, ਉਹਨਾਂ ਤੋਂ ਕਿਤੇ ਉੱਚੀ ਅਵਸਥਾ ਦੇ ਸਾਧੂ ਸੰਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਬੈਠੇ ਨੇ। ਆਖੋ ਵਾਹਿਗੁਰੂ। ਠੀਕ ਹੈ, ਆਪਣਾ ਆਪਣਾ ਅਕੀਦਾ ਹੈ, ਆਪਣਾ ਆਪਣਾ ਵਿਸ਼ਵਾਸ ਹੈ। ਆਪਣੇ ਵਿਸ਼ਵਾਸ ਅਨੁਸਾਰ ਹਰ ਇੱਕ ਨੂੰ ਉਹ ਸਾਧੂ, ਉਹ ਮਹਾਤਮਾ, ਉਹ ਮਹਾਂਪੁਰਸ਼ ਉੱਚੀ ਅਵਸਥਾ ਵਾਲਾ ਲੱਗਦਾ ਹੈ, ਜਿਹਨੂੰ ਉਹ ਪਿਆਰ ਕਰਦਾ ਹੁੰਦਾ, ਜਿਹਦੇ ਨਾਲ ਉਹਦੀ ਮੋਹ ਮੁਹੱਬਤ ਹੁੰਦੀ ਹੈ। ਇਹ ਮਮਤਾ ਹੈ, ਮੋਹ ਦੀ ਮਮਤਾ। ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 15 ਭਗਤ ਬੈਠੇ ਨੇ, 11 ਭੱਟ ਨੇ, ਗੁਰੂ ਕੇ ਗੁਰਸਿੱਖ ਨੇ, ਜਿਨ੍ਹਾਂ ਦੀ ਗੁਰਬਾਣੀ ਹੈ ਭਾਈ ਸੱਤਾ ਬਲਵੰਡ ਜੀ, ਬਾਬਾ ਸੁੰਦਰ ਜੀ ਵਰਗੇ। ਜੇ ਭਗਤ ਫਰੀਦ ਜੀ ਵਰਗੇ, ਭਗਤ ਕਬੀਰ ਜੀ ਵਰਗੀ ਅਵਸਥਾ ਨੂੰ ਲਈਏ, ਕੋਈ ਵੀ ਆਪਣੇ ਸੰਤ ਨੂੰ, ਆਪਣੇ ਮਹਾਂਪੁਰਸ਼ ਨੂੰ ਉੱਚੀ ਅਵਸਥਾ ਵਾਲਾ ਮੰਨਦਾ ਹੋਵੇ, ਪਰ ਭਗਤ ਫਰੀਦ ਜੀ ਵਰਗਿਆਂ ਦੀ ਅਵਸਥਾ ਤੋਂ ਬਹੁਤ ਨੀਵੀਂ ਅਵਸਥਾ ਵਾਲੇ ਨੇ। ਸਭ ਤੋਂ ਉੱਚੀ ਅਵਸਥਾ ਵਾਲੇ ਗੁਰੂ ਸਾਹਿਬ ਨੇ, ਭਗਤ ਨੇ, ਭੱਟ ਨੇ। ਦੇਖੋ, ਜਿਨ੍ਹਾਂ ਦੀ ਬਾਣੀ ਨੂੰ, ਜਿਨ੍ਹਾਂ ਦੇ ਬਚਨਾਂ ਨੂੰ, ਜਿਨ੍ਹਾਂ ਦੇ ਬੋਲਾਂ ਨੂੰ ਮੇਰੇ ਗੁਰੂ ਪਾਤਸ਼ਾਹ ਨੇ ਗੁਰੂ ਦਾ ਦਰਜਾ ਦੇ ਦਿੱਤਾ, ਸਾਡੇ ਲਈ ਉਹ ਸਭ ਤੋਂ ਵੱਡੇ ਸਾਧੂ ਨੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਮਹਾਂਪੁਰਸ਼ ਮੰਨਣਾ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਸੰਤ ਮੰਨਣਾ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਗੁਰੂ ਮੰਨਣਾ, ਇਹਦੇ ਵਰਗਾ ਕੋਈ ਹੋਰ ਸਾਧੂ ਨਹੀਂ ਤੇ ਇਹਦੇ ਵਰਗਾ ਕੋਈ ਹੋਰ ਸਾਧੂ ਦਾ ਸੰਗ ਨਹੀਂ। ਆਖੋ, ਕਿਉਂਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਲਈ ਸਭ ਤੋਂ ਉੱਤਮ ਸੰਤ ਮਹਾਂਪੁਰਸ਼ ਵੀ ਨੇ ਤੇ ਸੰਤ ਮਹਾਂਪੁਰਸ਼ ਸਾਡੇ ਗੁਰੂ ਵੀ ਨੇ। ਆਖੋ ਵਾਹਿਗੁਰੂ। ਐਸੇ ਸਾਧੂ ਨੇ ਜਿਹੜੇ ਸਾਧੂ ਸਾਡੇ ਗੁਰੂ ਨੇ। ਸਿੱਖ ਪਰਿਵਾਰਾਂ ਵਿੱਚ ਜਨਮ ਲੈਣ ਵਾਲਿਆਂ ਨੂੰ ਤਾਂ ਮੰਨ ਹੀ ਲੈਣਾ ਚਾਹੀਦਾ, ਕੋਈ 0% ਵੀ ਇਤਰਾਜ਼ ਨਹੀਂ ਹੋਣਾ ਚਾਹੀਦਾ
ਕਿ ਸਭ ਤੋਂ ਉੱਚੇ ਸੰਤ ਮਹਾਂਪੁਰਸ਼, ਸਭ ਤੋਂ ਉੱਚੇ ਸਾਧੂ ਮਹਾਤਮਾ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਹਨ। ਆਖੋ ਵਾਹਿਗੁਰੂ। ਇਹ ਸਾਧੂ ਸੰਗ ਤਰੀ ਜੈ ਸਾਗਰ। ਗੁਰੂ ਸਾਹਿਬ ਜੀ ਦੇ ਉਪਦੇਸ਼ ਮੰਨ ਕੇ, ਗੁਰੂ ਦਾ ਸੰਗ ਕਰਕੇ, ਉਪਦੇਸ਼ ਮੰਨਣਾ ਹੀ ਗੁਰੂ ਸਾਹਿਬ ਦਾ ਸੰਗ ਕਰਨਾ ਹੈ। ਇਹ ਮਨ ਨਫ਼ਰਤ ਦੀ ਆਦਤ ਵਿੱਚ ਡੁੱਬਦਾ ਏ, ਕਰਨਾ ਸਿੱਖ ਜਾਏਗਾ, ਨਫ਼ਰਤ ਦੀ ਆਦਤ ਤੋਂ ਬਚ ਜਾਏਗਾ। ਕਿਸੇ ਹੋਰ ਸੰਤ ਮਹਾਂਪੁਰਸ਼ ਦੀ ਤੁਸੀਂ ਸੰਗ ਕਰੋਗੇ, ਹੋ ਸਕਦਾ ਸਾਰੀ ਜ਼ਿੰਦਗੀ ਇਹ ਨਫ਼ਰਤ ਵਿੱਚ ਜਿਉਂਦੇ ਰਹਿ ਜਾਈਏ, ਪਰ ਗੁਰੂ ਦੇ ਉਪਦੇਸ਼ ਦਾ ਸੰਗ ਹੋ ਗਿਆ ਨਾ ਜਿਸ ਦਿਨ ਮਨ ਨੂੰ, ਫਿਰ ਇਹ ਨਫ਼ਰਤ ਵਾਲਾ ਪਾਸਾ, ਧੜੇਬੰਦੀਆਂ ਵਾਲਾ ਪਾਸਾ, ਫਿਰ ਹੰਕਾਰ, ਲੋਭ, ਲਾਲਚ ਵਾਲਾ ਪਾਸਾ ਚੰਗਾ ਨਹੀਂ ਲੱਗੇਗਾ। ਆਖੋ ਕੱਟੀਐ ਜਮ ਕੀ ਫਾਸਾ ਜੀਓ। ਇਹ ਵਿਕਾਰਾਂ ਦੀਆਂ ਆਦਤਾਂ ਇੱਕ ਫਾਂਸੀ ਹੈ। ਫਿਰ ਇਹ ਚੰਗੀ ਨਹੀਂ ਲੱਗੇਗਾ, ਇਹ ਪਾਸਾ ਚੰਗਾ ਨਹੀਂ ਲੱਗੇਗਾ, ਫਾਂਸੀ ਕੱਟੀ ਜਾਏਗੀ, ਆਦਤ ਕੱਟੀ ਜਾਏਗੀ। ਚਾਰ ਪਦਾਰਥ ਹਰ ਕੀ ਸੇਵਾ, ਫਿਰ ਹਰੀ ਦੀ ਸੇਵਾ, ਰੱਬ ਦੇ ਗੁਣਾਂ ਵਾਲਾ ਜੀਵਨ ਜਿਉਣਾ, ਰੱਬ ਦੇ ਗੁਣਾਂ ਨੂੰ ਪਰਉਪਕਾਰ ਲਈ ਵਰਤਣਾ, ਰੱਬ ਦੀ ਭੈ ਭਾਵਨੀ ਵਿੱਚ ਫੈਸਲੇ ਲੈਣੇ, ਰੱਬ ਦੀ ਮਿੱਠੀ ਮਿੱਠੀ ਯਾਦ ਦੇ ਸਿਮਰਨ ਰਸ ਵਿੱਚ ਜਿਉਣਾ, ਹਰ ਵੇਲੇ ਰੱਬ ਦੇ ਸ਼ੁਕਰਾਨੇ ਦੇ ਰਸ ਵਿੱਚ ਜਿਉਣਾ, ਇਹ ਹਰ ਕੀ ਸੇਵਾ ਹੈ। ਆਖੋ ਸਾਡੇ ਲਈ ਇਹੋ ਹੀ ਚਾਰ ਪਦਾਰਥ ਹੈ। ਸਾਨੂੰ ਕੋਈ ਹੋਰ ਦੁਨੀਆ ਦੇ ਚਾਰ ਪਦਾਰਥਾਂ ਦੀ ਲੋੜ ਨਹੀਂ। ਪਾਰ ਜਾਤ ਜਪ ਅਲਖ ਅਭੇਵਾ। ਲੋਕ ਕਹਿੰਦੇ ਸੀ ਇੱਕ ਪਾਰ ਜਾਤ ਬ੍ਰਿਕਸ਼ ਹੈ, ਹਰ ਕਲਪਨਾ ਪੂਰੀ ਹੁੰਦੀ ਹੈ। ਸਾਡੇ ਲਈ ਵਾਹਿਗੁਰੂ ਜੀ ਹੀ ਪਾਰ ਜਾਤ ਨੇ। ਕਾਮ ਕ੍ਰੋਧ ਕਿਲ ਵਿਖ ਗੁਰ ਕਾਟੇ, ਪੂਰਨ ਹੋਈ ਆਸਾ ਜੀਓ। ਗੁਰੂ ਪਾਤਸ਼ਾਹ ਦੇ ਉਪਦੇਸ਼ ਸੁਭਾਅ ਦੀ ਪੜਚੋਲ ਕਰਾਉਂਦੇ ਨੇ। ਗੁਰੂ ਪਾਤਸ਼ਾਹ ਦੇ ਉਪਦੇਸ਼ਾਂ ਨੂੰ ਵਿਚਾਰਦਿਆਂ ਆਪਣੇ ਅੰਦਰਲੀ ਸੋਚ ਦੀ ਪੜਚੋਲ ਹੁੰਦੀ ਹੈ, ਤੇ ਜਿਉਂ-ਜਿਉਂ ਅਸੀਂ ਆਪਣੇ ਸੁਭਾਅ ਦੀ ਸੋਚ ਦੀ ਪੜਚੋਲ ਕਰਦੇ ਹਾਂ ਨਾ, ਆਪਾਂ ਚੀਨਦੇ ਹਾਂ, ਆਪੇ ਨੂੰ ਪਹਿਚਾਣਦੇ ਹਾਂ, ਤੇ ਫਿਰ ਗੁਰਮੁਖ ਸੁਭਾਅ ਕੀ ਹੁੰਦਾ ਹੈ, ਗੁਰਮਤ ਸੋਚ ਕੀ ਹੁੰਦੀ ਹੈ, ਸਮਝ ਲੱਗਣੀ ਸ਼ੁਰੂ ਹੋ ਜਾਂਦੀ ਹੈ। ਆਖੋ ਵਾਹਿਗੁਰੂ। ਫਿਰ ਵਿਕਾਰਾਂ ਦੀ ਬਿਰਤੀ ਦੇ ਜੋ ਰਸ ਨੇ ਨਾ, ਉਹ ਜ਼ਹਿਰ ਹੈ, ਉਹ ਪਾਪ ਨੇ, ਕਿਲਬਿਖ ਹੈ। ਫਿਰ ਉਸ ਪਾਸੇ ਤੋਂ ਮਨ ਮੁੜ ਜਾਏਗਾ, ਉਹ ਪਾਸਾ ਚੰਗਾ ਨਹੀਂ ਲੱਗੇਗਾ, ਉਹ ਜੀਵਨ ਵਿਅਰਥ ਕਰਨ ਵਾਲਾ ਪਾਸਾ ਹੈ, ਸਮਝ ਆਏਗੀ। ਗੁਰੂ ਦੇ ਮਾਰਗ ਤੇ ਤੁਰਨ ਦਾ ਜਜ਼ਬਾ ਜਾਗੇਗਾ, ਅੰਦਰ ਭਾਵਨਾ ਵੀ ਬਣੇਗੀ, ਅੰਦਰ ਪਿਆਰ ਵੀ ਬਣੇਗਾ, ਅੰਦਰ ਲਗਨ ਵੀ ਲੱਗੇਗੀ, ਅੰਦਰ ਲਿਵ ਵੀ ਹੋਏਗੀ, ਅੰਦਰ ਜਜ਼ਬਾ ਹੋਏਗਾ, ਜਨੂਨ ਹੋਏਗਾ, ਸਿਦਕ ਹੋਏਗਾ, ਵਿਸ਼ਵਾਸ ਭਰੋਸਾ ਹੋਏਗਾ। ਇਹ ਜਿਹੜੇ ਗੁਣ ਸੁਭਾਅ ਵਿੱਚ ਆ ਜਾਣੇ, ਆਈਡੀਓਲੋਜੀ ਦੇ ਵਿੱਚ, ਸੋਚ ਦੇ ਵਿੱਚ, ਵਿਚਾਰਧਾਰਾ ਵਿੱਚ ਗੁਣ ਆ ਜਾਣੇ, ਇਹਨੂੰ ਕਹਿੰਦੇ ਨੇ ਵੱਡੇ ਭਾਗ। ਆਖੋ ਵਾਹਿਗੁਰੂ। ਪੂਰਨ ਭਾਗ। ਪੂਰਨ ਭਾਗ ਭਏ ਜਿਸ ਪ੍ਰਾਣੀ, ਜਿਸ ਦੇ ਅੰਦਰ ਇਹ ਭਾਗ ਪੈਦਾ ਹੋ ਗਏ, ਭਏ। ਸਾਧ ਸੰਗ ਮਿਲੇ ਸਾਰੰਗ ਪਾਣੀ, ਉਹਨੂੰ ਗੁਰੂ ਦਾ ਸੰਗ ਕਰਨਾ ਆ ਗਿਆ। ਆਖੋ ਵਾਹਿਗੁਰੂ। ਗੁਰੂ ਦੇ ਉਪਦੇਸ਼ ਮੰਨਣ ਦੀ ਯੁਗਤ ਆ ਗਈ, ਇੱਕ ਰਸ ਬਣ ਗਿਆ, ਆਦਤ ਬਣ ਗਈ। ਫਿਰ ਮਿਲਾਪ ਕਿਹਦੇ ਨਾਲ ਹੋਇਆ? ਸਾਰੰਗ ਪਾਣੀ। ਦੁਨੀਆ ਦੇ ਲੋਕ ਕਹਿੰਦੇ ਸੀ ਕਿ ਸਾਡੇ ਭਗਵਾਨ, ਸਾਡੇ ਦੇਵਤੇ ਰੱਬ ਦਾ ਰੂਪ ਹੈ, ਉਹਨਾਂ ਦੇ ਹੱਥ ਵਿੱਚ ਤੀਰ ਕਮਾਨ ਹੁੰਦਾ ਹੈ। ਤਨਖਧਾਰੀ ਨੇ ਸਾਡੇ ਦੇਵਤਾ ਜੀ। ਗੁਰੂ ਕੇ ਗੁਰਸਿੱਖ ਕਹਿੰਦੇ ਸੀ ਮੇਰਾ ਰੱਬ ਤਨਖਧਾਰੀ ਹੈ, ਸਾਰੰਗ ਪਾਣੀ ਜਿਹਦੇ ਹੱਥ ਵਿੱਚ ਤੁਨਖ ਹੈ, ਤੀਰ ਕਮਾਨ ਹੈ। ਮੇਰੇ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਹੱਥ ਵਿੱਚ ਐਸਾ ਤੀਰ ਹੈ, ਉਪਦੇਸ਼ਾਂ ਦਾ ਤੀਰ, ਬਖਸ਼ਿਸ਼ ਦਾ ਤੀਰ, ਰਹਿਮਤ ਦਾ ਤੀਰ, ਜਿਹੜੇ ਮਨ ਤੇ ਵੱਜ ਗਿਆ ਨਾ, ਉਹ ਮਨ ਇੱਕ ਸੈਕਿੰਡ ਵਿੱਚ ਬਦਲ ਸਕਦਾ ਹੈ। ਵਾਹਿਗੁਰੂ। ਨਾਨਕ ਨਾਮ ਬਸਿਆ ਜਿਸ ਅੰਤਰ, ਨਾਨਕ ਨਾਮ ਵਸਿਆ ਜਿਸ ਅੰਤਰ, ਪ੍ਰਵਾਨ ਗ੍ਰਸਤ ਉਦਾਸਾ ਜੀਓ। ਜਿੱਥੇ ਨਾਨਕ ਸ਼ਬਦ ਦੇ ਨਾਲ ਕੋਈ ਪ੍ਰਪੋਜੀਸ਼ਨ ਲਿਖੀ ਜਾਂ ਅਰਥਾਂ ਵਿੱਚ ਨਾ ਹੋਵੇ, ਕਾ
ਕੀ, ਨੂੰ, ਦੇ, ਦੀ, ਇਹ ਜਿਹੜੇ ਪ੍ਰੈਪੋਜੀਸ਼ਨ ਸ਼ਬਦ ਹੁੰਦੇ ਨੇ, ਸੰਬੰਧ ਕੀ ਆਦਿ ਇਹਨਾਂ ਨੂੰ ਕਹਿੰਦੇ ਹਾਂ। ਲਿਖਿਆ ਵੀ ਹੋ ਸਕਦਾ ਹੈ, ਅਰਥਾਂ ਵਿੱਚ ਵੀ ਹੋ ਸਕਦਾ ਹੈ। ਅਗਰ ਲਿਖਿਆ ਨਹੀਂ ਹੈ, ਅਰਥਾਂ ਵਿੱਚ ਵੀ ਨਹੀਂ ਹੈ, ਤੇ ਅਖੀਰ ਤੇ ਔਂਕੜ ਵੀ ਨਹੀਂ ਹੈ, ਕੱਕਾ ਮੁਕਤਾ ਹੈ, ਤਾਂ ਇਹਦਾ ਮਤਲਬ ਵੋਕੇਟਿਵ ਕੇਸ ਹੈ। ਗੁਰੂ ਸਾਹਿਬ ਆਪਣੇ ਆਪ ਨੂੰ ਕਹਿ ਰਹੇ ਨੇ ਕਿ ਉੱਥੇ ਅਸੀਂ ਵੀ ਜਿਵੇਂ ਆਵਾਜ਼ ਮਾਰੀ ਜਾਂਦੀ ਹੈ ਨਾ, ਵੋਕੇਟਿਵ ਕੇਸ ਵਾਂਗ ਹੀ ਪੜ੍ਹਨਾ ਹੈ। ਨਾਨਕ ਨਾਮ ਵਸਿਆ ਮਨ ਅੰਤਰ, ਹੈ ਨਾਨਕ ਜੀ, ਜਿਨ੍ਹਾਂ ਦੇ ਹਿਰਦੇ ਵਿੱਚ ਗਿਆਨ ਰੂਪੀ ਨਾਮ ਤੇ ਧਿਆਨ ਰੂਪੀ ਨਾਮ ਵਸ ਗਿਆ। ਉਹ ਗ੍ਰਸਤ ਮਾਰਗ ਦੇ ਵਿੱਚ ਕਾਰੋਬਾਰ ਕਰਦੇ ਆ, ਪਸ਼ੂ ਪ੍ਰਵਿਰਤੀਆਂ, ਔਗਣਾਂ ਦੀਆਂ ਪ੍ਰਵਿਰਤੀਆਂ, ਕੁਸੰਗੀ ਪ੍ਰਵਿਰਤੀਆਂ ਤੋਂ ਉਦਾਸ ਉਪਰਾਮ ਹੋ ਕੇ ਰੱਬ ਦੇ ਰਸ ਵਿੱਚ ਜਿਉਂਦੇ ਨੇ। ਆਖੋ ਵਾਹਿਗੁਰੂ। ਉਹਨਾਂ ਨੂੰ ਪਤਾ ਹੈ ਭਗਤੀ ਦੇ ਲਈ ਅਲੱਗ ਬੈਠਣ ਦੀ ਲੋੜ ਨਹੀਂ ਰਹੇਗੀ, ਕਿਉਂਕਿ ਹਰ ਵੇਲੇ ਭਗਤੀ ਕਰਨੀ ਹੈ। ਟਰੱਕ ਚਲਾਉਂਦੇ ਆ, ਬੱਸ ਚਲਾਉਂਦੇ ਆ, ਟੈਕਸੀ ਚਲਾਉਂਦੇ ਆ, ਨੌਕਰੀ ਕਰਦੇ ਆ, ਬਿਜ਼ਨਸ ਕਰਦੇ ਆ, ਦਫ਼ਤਰ ਵਿੱਚ ਦੁਨੀਆ ਨਾਲ ਡੀਲਿੰਗ ਕਰਦੇ ਆ, ਜੋ ਵੀ ਕੰਮ ਧੰਦਾ ਕਰ ਰਹੇ ਹਾਂ, ਅੰਦਰੋਂ ਵਾਹਿਗੁਰੂ ਜੀ ਦੀ ਯਾਦ ਰਸ ਵਿੱਚ, ਵਾਹਿਗੁਰੂ ਜੀ ਦੀ ਭੈ ਭਾਵਨੀ ਵਿੱਚ ਤੇ ਵਾਹਿਗੁਰੂ ਜੀ ਦੇ ਸ਼ੁਕਰਾਨੇ ਵਿੱਚ ਜਿਉਣਾ ਹੈ। ਆਪਣੇ ਅੰਦਰ ਕੁਸੰਗੀ ਬਿਰਤੀਆਂ ਦੀ ਖਿੱਚ ਤੋਂ ਬਚਣਾ ਹੈ। ਉਸ ਉਲਝਣ ਤਾਣੀ ਤੋਂ ਬਚਣਾ, ਜਿਹੜੀ ਉਲਝਣ ਤਾਣੀ ਵਿੱਚ ਫਸਣਾ ਬੜਾ ਸੌਖਾ ਹੈ, ਮੁੜ ਕੇ ਨਿਕਲਣਾ ਬਹੁਤ ਔਖਾ ਹੈ। ਗੁਰੂ ਦੇ ਰਸ, ਰੱਬ ਦੇ ਰਸ, ਰੱਬੀ ਮਾਰਗ ਦੇ ਰਸ, ਗੁਰੂ ਦੇ ਮਾਰਗ ਦੇ ਰਸ, ਇਹਨਾਂ ਰਸਾਂ ਵਿੱਚ ਜਿਉਣ ਵਾਲਾ ਜੀਵਨ ਪ੍ਰਵਾਨ ਹੋ ਜਾਂਦਾ ਰੱਬ ਦੀਆਂ ਨਜ਼ਰਾਂ ਵਿੱਚ। ਪ੍ਰਵਾਨ ਗ੍ਰਸਤ ਉਦਾਸਾ ਜੀਓ। ਵੀਰ ਟਰੱਕ ਚਲਾਉਂਦੇ ਨੇ, ਟਰੱਕਾਂ ਵਾਲੇ ਜਿਉਂ ਹੀ ਟਰੱਕ ਦੀ ਚਾਬੀ ਚੁੱਕਣ, ਮਹਿਸੂਸ ਕਰਨ ਵਾਹਿਗੁਰੂ ਜੀ ਦਾ ਦਿੱਤਾ ਹੋਇਆ ਟਰੱਕ ਹੈ। ਕੁਛ ਚਿਰ ਅਸੀਂ ਸਟਾਰਟ ਕਰਕੇ ਟਰੱਕ ਨੂੰ ਗਰਮ ਕਰਨ ਵਾਸਤੇ ਬੈਠਣਾ ਪੈਂਦਾ ਵਿੱਚ। ਬਸ ਉਸ ਵੇਲੇ ਕੋਈ ਬਾਣੀ ਪੜ੍ਹ ਲਓ, ਅਰਦਾਸ ਕਰ ਲਓ, ਵਾਹਿਗੁਰੂ ਜੀ ਜਿੰਨਾ ਚਿਰ ਟਰੱਕ ਚਲਾਵਾਂ ਮਹਿਸੂਸ ਹੋਵੇ ਟਰੱਕ ਤੁਹਾਡਾ, ਤੁਸੀਂ ਜ਼ਿੰਮੇਵਾਰੀ ਦਿੱਤੀ ਹੈ, ਮੈਂ ਤੁਹਾਡੀ ਜ਼ਿੰਮੇਵਾਰੀ ਨਿਭਾ ਰਿਹਾ। ਟਰੱਕ ਜਿਹੜਾ ਮਾਲ ਹੈ ਇਹ ਤੇਰੀ ਪਬਲਿਕ ਦਾ ਹੈ, ਵਾਹਿਗੁਰੂ ਜੀ ਤੇਰੀ ਖਲਕਤ ਦੀ ਸੇਵਾ ਲਈ ਨਿਕਲਿਆ। ਆਖੋ ਤੇਰੇ ਰੱਬੀ ਭੈ ਵਿੱਚ ਸੋਚ ਕੇ ਦੇਖਿਓ, ਰੱਬੀ ਭੈ ਦੇ ਵਿੱਚ ਫਿਰ ਓਵਰ ਸਪੀਡ ਬਣੇਗੀ ਨਹੀਂ। ਜੇ ਰੱਬ ਦਾ ਟਰੱਕ ਹੈ, ਮੈਂ ਓਵਰ ਸਪੀਡ ਕਿਉਂ ਚਲਾਵਾਂ ਬਈ? ਜ਼ਿੰਮੇਵਾਰੀ ਵਾਹਿਗੁਰੂ ਜੀ ਦੀ ਹੈ। ਜਦੋਂ ਰੱਬੀ ਭੈ ਜਾਗ ਪਿਆ ਨਾ, ਫਿਰ ਜੇ ਵਾਹਿਗੁਰੂ ਜੀ ਦਾ ਦਿੱਤਾ ਹੋਇਆ ਟਰੱਕ ਹੈ, ਫਿਰ ਮੈਂ ਰੌਂਗ ਓਵਰਟੇਕਿੰਗ ਕਿਉਂ ਕਰਾਂ? ਜਿੰਨੇ ਟ੍ਰੈਫਿਕ ਦੇ ਨਿਯਮ ਨੇ, ਲੱਗੇਗਾ ਇਹ ਰੱਬ ਦੇ ਨਿਯਮ ਨੇ ਤੇ ਮੈਂ ਰੱਬ ਦੇ ਭੈ ਵਿੱਚ ਚਲਾਉਣਾ। ਆਖੋ ਆਹਾ। ਫਿਰ ਉਸ ਨੂੰ ਇਦਾਂ ਲੱਗੇਗਾ ਕਿ ਉਹਦਾ ਮਨ ਜਦੋਂ ਅੰਦਰੋਂ ਰੱਬ ਦੇ ਪਿਆਰ ਵਿੱਚ ਝੂਮਦਾ ਏ, ਉਹਨੂੰ ਲੱਗੇਗਾ ਮੇਰਾ ਟਰੱਕ ਵੀ ਰੱਬ ਦੇ ਪਿਆਰ ਵਿੱਚ ਝੂਮਦਾ ਜਾਂਦਾ। ਆਖੋ ਸੜਕ, ਪਾਸੀ ਬ੍ਰਿਕਸ਼ ਸੜਕ ਦੇ ਉੱਪਰ, ਕੁਦਰਤ ਦੇ ਸੀਨ, ਇਦਾਂ ਲੱਗੇਗਾ ਸਭ ਕੁਝ ਵਾਹਿਗੁਰੂ ਦੇ ਪਿਆਰ ਵਿੱਚ ਝੂਮਦਾ ਪਿਆ ਹੈ ਤੇ ਉਹ ਟਰੱਕ ਚਲਾਉਣਾ ਭਗਤੀ ਬਣ ਜਾਏਗਾ। ਉਹਨੂੰ ਕਿਸੇ ਪਹਾੜਾਂ ਦੀਆਂ ਕੰਦਰਾਂ ਤੇ ਜਾ ਕੇ, ਕੋਈ ਗੁਫਾ 'ਚ ਬੈਠ ਕੇ, ਪੁੱਠੇ ਲਟਕ ਕੇ ਭਗਤੀ ਕਰਨ ਦੀ ਲੋੜ ਨਹੀਂ ਰਹਿੰਦੀ। ਆਖੋ ਵਾਹਿਗੁਰੂ। ਨਾਨਕ ਜਿਸ ਨਾ ਵਾਹਿਗੁਰੂ, ਨਾਨਕ ਨਾਮ ਵਸਿਆ ਜਿਸ ਅੰਤਰ, ਪ੍ਰਵਾਨ ਗ੍ਰਸਤ ਉਦਾਸਾ ਜੀਓ। ਉਹ ਕੰਮ ਧੰਦਿਆਂ ਵਾਲਾ ਜੀਵਨ, ਗ੍ਰਸਤ ਮਾਰਗ ਦਾ ਜੀਵਨ ਵਾਹਿਗੁਰੂ ਜੀ ਨੂੰ ਪ੍ਰਵਾਨ ਹੋ ਜਾਂਦਾ ਹੈ। ਜਦੋਂ ਗੁਰੂ ਦੇ ਉਪਦੇਸ਼ ਸੁਭਾਅ 'ਤੇ ਲਾਗੂ ਕਰੀਏ, ਸੁਭਾਅ ਨੂੰ ਸੰਵਾਰੀਏ, ਵਾਰ-ਵਾਰ ਸੋਚੀਏ, ਜੈਲਸ ਕਰਨ ਵਾਲੇ, ਈਰਖਾ ਦੀ ਅੱਗ ਵਿੱਚ ਸੜਨ ਵਾਲੇ ਸੁਭਾਅ ਤੋਂ ਲੈਣਾ ਹੀ ਕੀ ਆ। ਆਖੋ ਆਹਾ। ਨਫ਼ਰਤ ਵਿੱਚ ਆ ਕੇ, ਧੜੇ ਬੰਦੀਆਂ ਵਿੱਚ ਪੈ ਕੇ ਲੱਭਾਂਗੇ ਕੀ? ਵੈਰ ਵਿਰੋਧ ਵਿੱਚੋਂ ਕਦੀ ਕਿਸੇ ਨੂੰ ਕੁਝ ਮਿਲਿਆ ਹੈ? ਹੰਕਾਰ, ਲੋਭ, ਲਾਲਚ ਵਿੱਚ ਪਿਆਈ ਕੀ ਹੈ? ਆਖੋ ਫਿਰ ਗੁਰਮੁਖ ਸੁਭਾਅ, ਗੁਰਮਤਿ ਵਾਲੀ ਸੋਚ ਵਾਹਿਗੁਰੂ ਜੀ ਨੇ ਦੇਣੀ ਹੈ। ਅਗਲਾ ਸ਼ਬਦ ਮਾਝ ਮਹੱਲਾ ਪੰਜਵਾਂ, ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ।
ਮਾਝ ਰਾਗ ਦਾ 48ਵਾਂ ਸ਼ਬਦ ਹੈ, ਪੰਚਮ ਪਾਤਸ਼ਾਹ ਦਾ 41ਵਾਂ ਸ਼ਬਦ ਸ਼ੁਰੂ ਹੋ ਰਿਹਾ ਹੈ। ਸਿਮਰਤ ਨਾਮ ਹਿਰਦੈ ਸੁਖ ਪਾਇਆ। ਜਦੋਂ ਵਾਹਿਗੁਰੂ ਜੀ ਦੀ ਮਿੱਠੀ ਮਿੱਠੀ ਯਾਦ ਦਾ ਰਸ, ਕੋਈ ਟਰੱਕ ਚਲਾਉਂਦਾ ਹੈ, ਕੋਈ ਬੱਸ ਚਲਾਉਂਦਾ ਹੈ, ਕੋਈ ਟੈਕਸੀ ਚਲਾਉਂਦਾ ਹੈ, ਕੋਈ ਕਾਰੋਬਾਰ ਕਰਦਾ ਹੈ, ਕੋਈ ਬਿਜ਼ਨਸ ਕਰਦਾ ਹੈ, ਆਪਣੇ ਘਰੋਂ ਬਾਹਰ ਸ਼ਹਿਰ ਵਿੱਚ ਜਾਂ ਸ਼ਹਿਰ ਤੋਂ ਬਾਹਰ ਕਿਸੇ ਹੋਰ ਥਾਂ ਤੇ ਜਾਂ ਦੇਸ਼ ਤੋਂ ਬਾਹਰ ਜਿੱਥੇ ਵੀ ਜਾਂਦਾ ਹੈ, ਅੰਦਰ ਪਰਿਵਾਰ ਦੀ ਯਾਦ ਚੱਲਦੀ ਹੈ ਨਾ, ਪੁੱਤਰਾਂ ਧੀਆਂ ਦੀ ਯਾਦ ਚੱਲਦੀ ਰਹਿੰਦੀ ਹੈ ਨਾ। ਬਸ ਜਿਸ ਵਾਹਿਗੁਰੂ ਜੀ ਨੇ ਪਰਿਵਾਰ ਦਿੱਤਾ ਹੈ, ਜਿਸ ਵਾਹਿਗੁਰੂ ਜੀ ਨੇ ਪੁੱਤਰ ਧੀਆਂ ਦਿੱਤੇ ਨੇ, ਉਸ ਵਾਹਿਗੁਰੂ ਜੀ ਦੀ ਮਿੱਠੀ ਮਿੱਠੀ ਯਾਦ ਚੱਲਦੀ ਹੋਵੇ। ਇਹ ਸਿਮਰਨ ਦਾ ਰਸ ਹਰ ਵੇਲੇ ਬਣਨਾ ਚਾਹੀਦਾ ਹੈ। ਆਖੋ ਵਾਹਿਗੁਰੂ, ਸਿਮਰਤ ਨਾਮ ਹਿਰਦੈ ਸੁਖ ਵਸਿਆ। ਅੰਦਰ ਇੱਕ ਸੰਤੁਸ਼ਟੀ ਆਉਂਦੀ ਹੈ, ਅੰਦਰ ਇੱਕ ਆਨੰਦ ਬਣਦਾ ਹੈ। ਇਹ ਗ੍ਰਸਤ ਮਾਰਗ ਦੀ ਭਗਤੀ ਹੈ। ਭਗਤ ਨਾਮਦੇਵ ਜੀ ਨੇ ਇਹਦੀ ਬੜੀ ਸੋਹਣੀ ਵਿਆਖਿਆ ਕੀਤੀ ਹੈ। ਆਨੀ ਲੈ ਕਾਗਦ ਕਾਟੀ ਲੈ ਗੂਡੀ ਆਕਾਸ਼ ਮਦੇ ਭਰਮੀ ਵਾਲੇ ਸ਼ਬਦ ਵਿੱਚ ਬੱਚਾ ਕਾਗਜ਼ ਦਾ ਪਤੰਗ ਬਣਾਉਂਦਾ, ਉੱਪਰ ਉਡਾ ਦਿੰਦਾ ਹੈ। ਪਤੰਗ ਆਕਾਸ਼ ਵਿੱਚ ਉੱਡਿਆ ਹੋਇਆ, ਹੱਥ ਵਿੱਚ ਡੋਰੀ ਹੈ, ਨਾਲਦਿਆਂ ਨਾਲ ਗੱਲਾਂ ਕਰਦਾ, ਧਿਆਨ ਪਤੰਗ ਵੱਲ ਹੈ। ਭਾਵੇਂ ਉਹਦੀਆਂ ਅੱਖਾਂ ਆਪਣੇ ਮਿੱਤਰ ਨੂੰ ਦੇਖ ਰਹੀਆਂ ਨੇ, ਭਾਵੇਂ ਉਹਦੀ ਜ਼ੁਬਾਨ ਮਿੱਤਰ ਨਾਲ ਗੱਲਾਂ ਕਰ ਰਹੀ ਹੈ, ਭਾਵੇਂ ਉਹਦਾ ਕੌਨਸ਼ੀਅਸ ਮਾਈਂਡ ਮਿੱਤਰ ਨਾਲ ਗੱਲਾਂ ਕਰਦਾ ਹੈ, ਪਰ ਸਬ ਕੌਨਸ਼ੀਅਸ ਮਾਈਂਡ ਦੇ ਨਾਲ ਉਹਦੇ ਪਤੰਗ ਵੱਲ ਧਿਆਨ ਹੈ। ਇੱਦਾਂ ਤੁਹਾਡਾ ਕੌਨਸ਼ੀਅਸ ਮਾਈਂਡ ਜਦੋਂ ਟਰੱਕ, ਕਾਰ ਜਾਂ ਬੱਸ ਦੇ ਵੱਡੇ ਸ਼ੀਸ਼ੇ ਰਾਹੀਂ ਵੱਡੇ ਵਿਜ਼ਨ ਨੂੰ ਦੇਖਦਾ, ਮੂਹਰੇ ਸੜਕ ਵੱਲ ਧਿਆਨ ਰੱਖਦਾ ਹੈ, ਸਬ ਕੌਨਸ਼ੀਅਸ ਮਾਈਂਡ ਪਿੱਛੇ ਵੀ ਧਿਆਨ ਰੱਖਦਾ ਕਿੰਨੀਆਂ ਗੱਡੀਆਂ ਆ ਰਹੀਆਂ ਨੇ। ਇਹੀ ਸਬ ਕੌਨਸ਼ੀਅਸ ਮਾਈਂਡ ਇਹ ਵੀ ਧਿਆਨ ਰੱਖ ਸਕਦਾ ਹੈ ਇਹ ਸਭ ਕੁਛ ਵਾਹਿਗੁਰੂ ਦਾ ਦਿੱਤਾ ਵਰਤ ਰਹੇ ਹਾਂ। ਇਹ ਗ੍ਰਸਤ ਮਾਰਗ ਦੀ ਜੋ ਭਗਤੀ ਹੈ ਨਾ, ਕਰ ਕਿਰਪਾ ਭਗਤੀ ਪ੍ਰਗਟਾਇਆ, ਇਸ ਤਰ੍ਹਾਂ ਦੀ ਜਿਹਨੂੰ ਭਗਤੀ ਕਰਨੀ ਆ ਜਾਂਦੀ ਹੈ ਨਾ, ਉਹਦਾ ਸੁਭਾਅ, ਉਹਦੀ ਸੋਚ, ਉਹਦੀ ਬੋਲ ਚਾਲ, ਉਹਦੇ ਜੀਵਨ ਦਾ ਵਰਤੋਂ ਵਿਵਹਾਰ, ਉਹਦਾ ਕਾਰੋਬਾਰ ਕਰਨ ਦਾ ਤਰੀਕਾ ਉਹਦੇ 'ਚੋਂ ਪ੍ਰਗਟ ਹੋ ਜਾਂਦਾ ਹੈ। ਇਹ ਗੁਰੂ ਦਾ ਹੈ, ਇਹ ਰੱਬ ਦਾ ਪਿਆਰਾ ਹੈ। ਆਖੋ ਵਾਹਿਗੁਰੂ। ਸੰਤ ਸੰਗ ਮਿਲ ਹਰ ਹਰ ਜਪਿਆ, ਬਿਨ ਸੇ ਆਲਸ ਰੋਗਾ ਜੀਓ। ਇਹ ਗੁਰੂ ਦਾ ਸੰਗ ਕਰਕੇ, ਗੁਰੂ ਦੇ ਉਪਦੇਸ਼ਾਂ ਨੂੰ ਮੰਨ ਕੇ, ਇਹ ਹਰੀ ਦਾ ਮਿਲਾਪ, ਆਨੰਦ ਰਸ ਦਾ ਮਿਲਾਪ ਹੁੰਦਾ ਹੈ। ਫਿਰ ਪ੍ਰੈਕਟੀਕਲ ਜੀਵਨ ਵਿੱਚ ਸੋਚ ਸੁਭਾਅ ਦੇ ਲੈਵਲ ਤੇ ਇਹਨੂੰ ਲਾਗੂ ਕਰਕੇ ਪ੍ਰੈਕਟੀਕਲ ਜੀਵਨ ਵਿੱਚ ਜਪਣ ਦੀ ਜੁਗਤ ਆਉਂਦੀ ਹੈ। ਫਿਰ ਆਲਸ ਦਾ ਰੋਗ ਰਹਿੰਦਾ ਨਹੀਂ, ਕਿਉਂਕਿ ਅੰਦਰੋਂ ਹੀ ਇੱਕ ਜਜ਼ਬਾ, ਅੰਦਰੋਂ ਹੀ ਇੱਕ ਆਨੰਦ ਬਣਦਾ ਹੈ। ਜਾ ਕੈ ਗ੍ਰਹਿ ਨਵ ਨਿਧ ਹਰ ਭਾਈ। ਇਹ ਭਾਈ, ਇਹ ਗੁਰਸਿੱਖ ਪਿਆਰਿਓ, ਜਿਸ ਵਾਹਿਗੁਰੂ ਜੀ ਦੇ ਘਰ ਵਿੱਚ ਨਵਨਿਧੀਆਂ ਭਾਵ ਸਾਰਾ ਮਟੀਰੀਅਲਿਜ਼ਮ, ਜ਼ਿੰਦਗੀ 'ਚ ਤੈਨੂੰ ਜੋ ਕੁਛ ਵੀ ਚਾਹੀਦਾ ਹੈ ਸਭ ਕੁਛ ਰੱਬ ਦੀ ਮੁੱਠੀ ਵਿੱਚ ਹੈ। ਆਖੋ ਵਾਹਿਗੁਰੂ। ਜਿਸ ਰੱਬ ਦੇ ਘਰ ਵਿੱਚ ਸਭ ਕੁਛ ਹੈ, ਤਿਸ ਮਿਲਿਆ ਜਿਸ ਪੁਰਬ ਕਮਾਈ। ਉਹਦੇ ਘਰ ਵਿੱਚ ਤੁਸੀਂ ਪਦਾਰਥਾਂ ਦੀ ਗੱਲ ਕਰਦੇ ਹੋ, ਉਹਦੇ ਘਰ ਵਿੱਚ ਤਾਂ ਬਖਸ਼ਿਸ਼ ਹੈ, ਨਾਮ ਹੈ, ਗੁਣ ਨੇ, ਰਹਿਮਤਾਂ ਨੇ, ਆਤਮਿਕ ਗਿਆਨ ਹੈ, ਸੋਝੀ ਹੈ ਆਤਮਿਕ। ਮਿਲਦੀ ਕਿਵੇਂ ਹੈ? ਪਹਿਲਾਂ ਸੁਭਾਅ ਵਿੱਚ ਵਿਚਾਰਧਾਰਾ ਲਿਖੀ ਜਾਂਦੀ ਹੈ, ਗੁਰੂ ਦੀ ਵਿਚਾਰਧਾਰਾ। ਜਿਸ ਪੁਰਬ ਕਮਾਈ, ਪਹਿਲਾਂ ਉਹਦੇ ਸੁਭਾਅ ਵਿੱਚ ਵਿਚਾਰਧਾਰਾ ਕਮਾਈ ਬਣ ਕੇ ਆਉਂਦੀ ਹੈ। ਜਿਹਨੇ ਗੁਰਬਾਣੀ ਦੇ ਅਰਥ ਸਿੱਖੇ ਹੀ ਨਹੀਂ, ਸਮਝੇ ਹੀ ਨਹੀਂ, ਉਹਦੇ ਅੰਦਰ ਸੋਝੀ ਦੀ ਕਮਾਈ ਆਉਂਦੀ ਨਹੀਂ। ਜੋ ਗੁਰਬਾਣੀ ਦੇ ਅਰਥਾਂ ਨੂੰ ਸਮਝਦਾ ਹੈ, ਨਜ਼ਰੀਆ ਬਦਲ ਜਾਂਦਾ ਹੈ, ਵਿਚਾਰਧਾਰਾ ਬਦਲ ਜਾਂਦੀ ਹੈ। ਉਹ ਸੁਭਾਅ ਵਿੱਚ ਉਹਦੀ ਕਮਾਈ ਹੈ, ਫਿਰ ਸੋਚ ਬਦਲ ਜਾਂਦੀ ਹੈ। ਆਖੋ ਵਾਹਿਗੁਰੂ। ਜਿਸ ਨੂੰ ਅਸੀਂ ਮੰਨਦੇ ਹਾਂ ਬਹੁਤ ਵੱਡੀ ਪ੍ਰਾਪਤੀ ਹੈ, ਪੈਸਾ ਬਣਾ ਲਿਆ, ਪ੍ਰਾਪਰਟੀ ਬਣਾ ਲਈ, ਸਤਿਗੁਰੂ ਕਹਿੰਦੇ ਕਿਤੇ ਘਰ ਵਿੱਚੋਂ ਬਹੁਤ ਕੁਝ ਗਵਾ ਤਾਂ ਨਹੀਂ ਲਿਆ। ਤਾਂ ਜਦੋਂ ਗੁਰੂ ਦੀ ਸੋਚ, ਗੁਰੂ ਦੇ ਨਜ਼ਰੀਏ ਨਾਲ ਦੇਖਿਆ, ਸੋਚ ਬਦਲ ਗਈ। ਆਖੋ ਵਾਹਿਗੁਰੂ। ਇਹ ਮਤ ਦੀ ਕਮਾਈ ਹੈ। ਪਹਿਲਾਂ ਤੇਰੇ ਅੰਦਰ ਸੋਚ ਵਿੱਚ ਆਈਡੀਓਲੋਜੀ ਬਣ ਕੇ, ਤੇਰੇ ਸੁਭਾਅ ਵਿੱਚ, ਮਨ ਵਿੱਚ ਵਿਚਾਰਧਾਰਾ ਬਣ ਕੇ ਲਿਖਿਆ ਜਾਂਦਾ ਹੈ, ਫਿਰ ਇਹ ਮਿਲਾਪ ਹੁੰਦਾ ਹੈ। ਤਿਸ ਮਿਲਿਆ ਜਿਸ ਪੁਰਬ ਕਮਾਈ। ਜਿੱਦਾਂ ਦੇ ਪਹਿਲਾਂ ਲਿਖਿਆ ਗਿਆ, ਜਿਨ੍ਹਾਂ ਨੇ ਗੁਰਮੁਖ ਸੁਭਾਅ ਕਮਾ ਲਿਆ ਆਪਣੇ ਗੁਰੂ ਤੋਂ,
ਜਿਨ੍ਹਾਂ ਨੇ ਗੁਰਮਤਿ ਵਾਲੀ ਸੋਚ ਕਮਾ ਲਈ ਆਪਣੇ ਗੁਰੂ ਤੋਂ। ਗਿਆਨ ਧਿਆਨ ਪੂਰਨ ਪਰਮੇਸ਼ਰ, ਪ੍ਰਭ ਸਭਨਾ ਗੱਲਾਂ ਜੋਗਾ ਜੀਓ। ਵਾਹਿਗੁਰੂ ਸੱਚੇ ਪਾਤਸ਼ਾਹ, ਜਿਨ੍ਹਾਂ ਦੇ ਕੋਲ ਆਤਮਿਕ ਗਿਆਨ ਹੈ, ਜਿਨ੍ਹਾਂ ਕੋਲ ਆਤਮਿਕ ਧਿਆਨ ਪੈਦਾ ਕਰਨ ਵਾਲੇ ਗੁਣ ਨੇ, ਜਿਹੜੇ ਹਰ ਤਰ੍ਹਾਂ ਨਾਲ ਸਮਰੱਥ ਨੇ, ਵਾਹਿਗੁਰੂ ਜੀ, ਉਹਨਾਂ ਨਾਲ ਮਿਲਾਪ ਬਣ ਗਿਆ, ਪਿਆਰ ਬਣ ਗਿਆ, ਗੂੜੀ ਸਾਂਝ ਬਣ ਗਈ। ਖਿਨ ਮਹਿ ਥਾਪ ਥਾਪਣ ਹਾਰਾ, ਵਾਹਿਗੁਰੂ ਜੀ ਐਸੇ ਨੇ, ਇੱਕ ਛਿਨ ਦੇ ਵਿੱਚ ਪੈਦਾ ਕਰ ਸਕਦੇ ਨੇ। ਗੁਰਮੁਖ ਸੁਭਾਅ ਇੱਕ ਛਿਨ ਵਿੱਚ ਪੈਦਾ ਕਰ ਸਕਦੇ। ਮਨ ਨੂੰ ਪਸ਼ੂ ਪ੍ਰਵਿਰਤੀਆਂ ਤੋਂ, ਕੁਸੰਗੀ ਪ੍ਰਵਿਰਤੀਆਂ ਤੋਂ, ਵਿਕਾਰੀ ਪ੍ਰਵਿਰਤੀਆਂ ਤੋਂ ਇੱਕ ਸੈਕਿੰਡ ਦੇ ਵਿੱਚ ਬਚਾ ਸਕਦੇ ਨੇ। ਉਹ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਆਪ ਇਕੰਤੀ, ਆਪ ਪਸਾਰਾ, ਉਹ ਆਪ ਹੀ ਇਕੱਲੇ ਇਨਵਿਜ਼ੀਬਲ ਨੇ, ਹਰ ਥਾਂ ਤੇ ਸਮਾਏ ਹੋਏ ਨੇ, ਤੇ ਉਹਨਾਂ ਨੇ ਆਪ ਹੀ ਆਪਣੇ ਨਿਜ਼ਮ ਚੋਂ ਪਸਾਰਾ ਪਸਾਰਿਆ ਹੋਇਆ ਹੈ। ਆਹ ਸਾਰੀ ਕੁਦਰਤ ਦੇ ਪਸਾਰੇ ਵਿੱਚ ਆਪ ਹੀ ਬਸੇ ਹੋਏ ਨੇ। ਇਨਵਿਜ਼ੀਬਲ ਵੀ ਉਹੀ ਨੇ, ਤੇ ਵਿਜ਼ੀਬਲ ਜਿਹੜਾ ਪਸਾਰਾ ਦਿਸ ਰਿਹਾ ਇਹਦੇ ਵਿੱਚ ਵੀ ਉਹੀ ਨੇ। ਅਖਵਾ ਲੇਪ ਨਹੀਂ ਜਗ ਜੀਵਨ ਦਾਤੇ, ਦਰਸ਼ਨ ਡਿਠੇ ਲਹਿਨ ਬਜੋਗਾ ਜੀਓ। ਉਹ ਨਿਰਲੇਪ ਹੈ ਵਾਹਿਗੁਰੂ ਜੀ, ਲਿਪਤ ਨਹੀਂ ਹੁੰਦੇ। ਜੀਵਨ ਦੇਣ ਵਾਲੇ ਨੇ, ਆਤਮਿਕ ਜੀਵਨ ਦੇਣ ਵਾਲੇ ਦਾਤੇ ਨੇ, ਜਿਨ੍ਹਾਂ ਨੇ ਦਰਸ਼ਨ ਡਿਠੇ, ਮਹਿਸੂਸ ਕੀਤਾ, ਰਿਅਲਾਈਜ਼ ਕੀਤਾ, ਵਾਹਿਗੁਰੂ ਜੀ ਹਨ। ਉਹਨਾਂ ਦੇ ਅੰਦਰੋਂ ਵਿਛੋੜਾ ਦੂਰ ਹੋ ਗਿਆ, ਵਿਜੋਗ ਦੂਰ ਹੋ ਗਿਆ। ਅੰਚਲ ਲਾਏ ਸਭ ਸ੍ਰਿਸ਼ਟ ਤਰਾਈ, ਵਾਹਿਗੁਰੂ ਸੱਚੇ ਪਾਤਸ਼ਾਹ ਆਪਣੇ ਲੜ ਲਾਉਂਦੇ ਨੇ ਤੇ ਦੁਨੀਆ ਨੂੰ ਜੀਵਨ ਮੈਨੇਜ ਕਰਨਾ ਸਿਖਾ ਦਿੰਦੇ ਨੇ। ਪਸ਼ੂ ਪ੍ਰਵਿਰਤੀਆਂ ਵਿੱਚ ਡੁੱਬਣ ਤੋਂ ਬਚਾ ਦਿੰਦੇ ਨੇ, ਤਰਨਾ ਸਿਖਾ ਦਿੰਦੇ ਨੇ। ਆਪਣਾ ਨਾਉ ਆਪ ਜਪਾਈ, ਇਹ ਸਭ ਵਾਹਿਗੁਰੂ ਜੀ ਦੀ ਬਖਸ਼ਿਸ਼ ਦੀਆਂ ਨਿਸ਼ਾਨੀਆਂ ਨੇ। ਜਦੋਂ ਜਦੋਂ ਜੋ ਕੁਝ ਸਾਨੂੰ ਪ੍ਰਾਪਤ ਹੁੰਦਾ ਹੈ, ਕਦੀ ਮਾਣ ਨਹੀਂ ਕਰਨਾ, ਸਾਡਾ ਨਹੀਂ ਹੈ, ਵਾਹਿਗੁਰੂ ਜੀ ਦੀ ਬਖਸ਼ਿਸ਼ ਕਰਕੇ। ਆਪ ਹੀ ਨਾਮ ਜਪਾਉਂਦੇ ਨੇ, ਆਪ ਹੀ ਬਖਸ਼ਿਸ਼ ਦੇ ਨਾਲੇ ਜੀਵਨ ਦਿੰਦੇ ਨੇ। ਗੁਰ ਬੋਹਿਤ ਪਾਇਆ ਕਿਰਪਾ ਤੇ, ਨਾਨਕ ਧੁਰ ਸੰਜੋਗਾ ਜੀਓ। ਗੁਰੂ ਦਾ ਉਪਦੇਸ਼, ਗੁਰ ਸਰੂਪ ਸਿੱਖਿਆਵਾਂ, ਇਹ ਜਹਾਜ਼ ਹੈ। ਮਨ ਜਦੋਂ ਮੰਨਣ ਤੁਰਦਾ, ਸਮਝ ਲਓ ਨਾਨਕ ਨਾਮ ਜਹਾਜ਼ ਹੈ, ਚੜੇ ਸੋਤਰੇ ਪਾਰ ਵਾਲਾ ਕ੍ਰਿਸ਼ਮਾ ਵਾਪਰਦਾ। ਗਿਆਨ ਰੂਪੀ ਨਾਮ ਐਸਾ ਜਹਾਜ਼ ਹੈ, ਇਸ ਨੇ ਮਨ ਨੂੰ ਪਸ਼ੂ ਪ੍ਰਵਿਰਤੀਆਂ ਵਿੱਚ, ਵਿਕਾਰੀ ਪ੍ਰਵਿਰਤੀਆਂ ਵਿੱਚ ਡੁੱਬਣ ਤੋਂ ਬਚਾਉਣਾ ਹੈ। ਇਹ ਧੁਰ ਹਿਰਦੇ ਵਿੱਚ ਸੰਜੋਗ ਦੀ ਕਲਾ ਵਾਪਰਦੀ ਹੈ ਅੰਦਰ। ਮਾਝ ਮਹੱਲਾ ਪੰਜਵਾਂ, ਮਾਝ ਰਾਗ ਦਾ 49ਵਾਂ ਸ਼ਬਦ, ਪੰਚਮ ਪਾਤਸ਼ਾਹ ਦਾ 42ਵਾਂ ਸ਼ਬਦ ਸ਼ੁਰੂ ਹੋ ਰਿਹਾ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਇਸ ਸ਼ਬਦ ਵਿੱਚ ਕਹਿ ਰਹੇ ਨੇ, ਸੋਈ ਕਰਨਾ ਜੇ ਆਪ ਕਰਾਏ। ਰੱਬ ਨੇ ਇੱਕ ਨਿਜ਼ਮ ਬਣਾਇਆ, ਅੰਦਰੋਂ ਨੀਅਤ ਮਾੜੀ ਹੈ, ਜੀਵਨ ਮਾੜੇ ਪਾਸੇ ਜਾਏਗਾ। ਨੀਅਤ ਸ਼ੁੱਧ ਹੈ, ਜੀਵਨ ਚੰਗੇ ਪਾਸੇ ਸ਼ੁੱਧ ਜਾਏਗਾ। ਉਹਦੇ ਵਿੱਚ ਕੋਈ ਆਪਣੀ ਮਰਜ਼ੀ ਕਿਸੇ ਦੀ ਨਹੀਂ ਚੱਲੇਗੀ। ਉਹਨੇ ਪੈਦਾ ਕੀਤਾ, ਉਹਨੇ ਨਿਜ਼ਮ ਬਣਾਇਆ, ਲਾ ਰਿਹਾ ਉਸ ਨਿਜ਼ਮ ਵਿੱਚ। ਜਿੱਥੈ ਰੱਖੈ ਸਭ ਭਲੀ ਜਾਏ, ਰੱਬ ਨੂੰ ਸਮਰਪਿਤ ਹੋ ਜਾਵੇ ਨਾ, ਫਿਰ ਇਦਾਂ ਲੱਗੇਗਾ ਵਾਹਿਗੁਰੂ ਜੀ ਜਿਸ ਹਾਲਾਤ ਵਿੱਚ ਤੁਸੀਂ ਰੱਖਦੇ ਹੋ ਉਸ ਵਿੱਚ ਸ਼ੁਕਰ ਹੈ। ਜ਼ਿੰਦਗੀ ਦੇ ਉਤਰਾਅ ਚੜ੍ਹਾਅ, ਸਾਨੂੰ ਧਰਮ ਸਿਖਾਇਆ ਗਿਆ। ਛੋਟਾ ਜਿਹਾ ਦੁੱਖ ਹਾਲੇ ਆਇਆ ਨਹੀਂ, ਆਉਣ ਤੋਂ ਪਹਿਲਾਂ ਹੀ ਰੱਬ ਨੂੰ ਕਹਿੰਦੇ ਇਹ ਆਵੇ ਨਾ, ਦੁੱਖ ਆ ਗਿਆ ਦੂਰ ਹੋ ਜਾਵੇ। ਗੁਰੂ ਦੀ ਬਾਣੀ ਕਹਿੰਦੀ ਹੈ ਤੂੰ ਦੇਖ, ਜੇ ਘਰ ਦਾ ਕਲੇਸ਼ ਆਇਆ, ਸੁਭਾਵਾਂ ਵਿੱਚ ਦੇਖ ਕਿੱਥੇ ਕਮਜ਼ੋਰੀਆਂ ਨੇ। ਘਰ ਦੇ ਵਿੱਚ ਕਲੇਸ਼ ਸੁਭਾਵਾਂ ਦੀਆਂ ਕਮਜ਼ੋਰੀਆਂ ਕਰਕੇ ਹੈ। ਸੱਸ ਸਹੁਰੇ ਨੂੰ ਨੂੰਹ ਦੀ ਕਦਰ ਨਾ ਹੋਈ, ਨੂੰਹ ਦੀਆਂ ਭਾਵਨਾਵਾਂ ਦੀ ਕਦਰ ਨਾ ਕਰ ਸਕੇ, ਸਤਿਕਾਰ ਨਾ ਦੇ ਸਕੇ, ਪਿਆਰ ਨਾ ਬਣ ਸਕੇ, ਨੂੰਹ ਸੱਸ ਸਹੁਰੇ ਦੀਆਂ ਭਾਵਨਾਵਾਂ ਨਾ ਸਮਝ ਸਕੀ, ਉਹਨਾਂ ਨੂੰ ਬਣਦਾ ਸਤਿਕਾਰ ਨਾ ਦੇ ਸਕੀ, ਕਲੇਸ਼ ਦੀ ਜੜ ਬੀਜੀ ਗਈ। ਮਾਂ ਨੂੰ ਇਸ ਗੱਲ ਦਾ ਪਤਾ ਨਾ ਲੱਗਿਆ ਕਿ ਜਿਹੜੀ ਗੱਲ ਤੂੰ ਆਪਣੇ ਪੁੱਤ ਦੇ ਮਨ ਵਿੱਚ ਭਰਦੀ ਹੈ, ਪੁੱਤ ਦਾ ਘਰ ਪਟਿਆ ਜਾ ਰਿਹਾ। ਜਿਹੜਾ ਬਿਹੇਵੀਅਰ ਤੂੰ ਆਪਣੀ ਨੂੰਹ ਨਾਲ ਕਰ ਰਹੀ ਹੈ, ਇਹ ਘਰ ਵਿੱਚ ਕਲੇਸ਼ ਹੋਰ ਵਧਾ ਰਿਹਾ। ਸੋਝੀ ਨਹੀਂ, ਸੁਭਾਵਾਂ ਵਿੱਚ ਕਮਜ਼ੋਰੀਆਂ।
ਪਤੀ ਆਪਣੇ ਸੁਭਾਅ ਦੇ ਝਰੋਖੇ ਵਿੱਚੋਂ ਪਤਨੀ ਨੂੰ ਦੇਖਦਾ ਹੈ, ਪਤਨੀ ਆਪਣੇ ਸੁਭਾਅ ਦੇ ਝਰੋਖੇ ਵਿੱਚੋਂ ਪਤੀ ਨੂੰ ਦੇਖਦੀ ਹੈ। ਆਪਸ ਵਿੱਚ ਅੰਡਰਸਟੈਂਡਿੰਗ ਨਹੀਂ ਹੈ ਪ੍ਰੋਪਰ। ਬੱਚੇ ਆਪਣੇ ਸੁਭਾਅ ਵਿੱਚੋਂ ਮਾਪਿਆਂ ਨੂੰ ਦੇਖਦੇ ਨੇ, ਮਾਪਿਆਂ ਦੀ ਗੱਲ ਨਹੀਂ ਮੰਨਦੇ, ਇਗਨੋਰ ਕਰਦੇ ਨੇ। ਮਾਪੇ ਆਪਣੇ ਸੁਭਾਅ ਵਿੱਚੋਂ ਬੱਚਿਆਂ ਨੂੰ ਦੇਖਦੇ ਨੇ। ਚਾਹੀਦਾ ਤਾਂ ਇਹ ਸੀ ਕਿ ਗੁਰਬਾਣੀ ਦੇ ਝਰੋਖੇ ਵਿੱਚੋਂ ਸੁਭਾਵਾਂ ਨੂੰ ਪਰਖ। ਸਾਨੂੰ ਸਿਖਾਇਆ ਇਹ ਗਿਆ ਕਿ ਰੱਬ ਨੂੰ ਕਹਿ, ਮੇਰੇ ਘਰ ਵਿੱਚੋਂ ਕਲੇਸ਼ ਹਟ ਜਾਵੇ। ਗੁਰਮਤਿ ਨੇ ਤਾਂ ਇਹ ਸਿਖਾਉਣਾ ਸੀ, ਜੋ ਵੀ ਹਾਲਾਤ ਆਉਣ, ਉਹਨਾਂ ਹਾਲਾਤਾਂ ਨੂੰ ਰੱਬ ਦੀ ਰਜ਼ਾ ਸਮਝ ਕੇ ਆਪਣੇ ਸੁਭਾਅ ਸੋਚ ਨੂੰ ਸ਼ਿੰਗਾਰਦੇ ਰਹਿਣਾ ਹੈ। ਇਹ ਮਾਰਗ ਤੇ ਤੱਤੀ ਤਵੀ ਤੇ ਬੈਠ ਕੇ ਵੀ ਤੇਰਾ ਕੀਆ ਮੀਠਾ ਲਾਗੈ, ਹਰਨਾਮ ਪਦਾਰਥ ਨਾਨਕ ਮਾ। ਦੂਸਰੀ ਬਾਤ, ਜੇ ਘਰਾਂ 'ਚ ਕਲੇਸ਼ ਹੈ, ਹਰ ਕੋਈ ਦੂਸਰੇ ਨੂੰ ਬਦਲਣਾ ਚਾਹੁੰਦਾ ਹੈ। ਪਤਨੀ ਨੂੰ ਇਹ ਭੁਲੇਖਾ ਹੈ ਕਿ ਮੇਰਾ ਪਤੀ ਬਦਲ ਜਾਵੇ ਤਾਂ ਕਲੇਸ਼ ਮਿਟੇਗਾ। ਪਤੀ ਨੂੰ ਭੁਲੇਖਾ ਹੈ ਜੇ ਪਤਨੀ ਬਦਲ ਜਾਵੇ ਤਾਂ ਮਿਟੇਗਾ। ਸੱਸ ਸਹੁਰੇ ਨੂੰ ਇੱਕ ਭੁਲੇਖਾ ਹੈ ਕਿ ਜੇ ਨੂੰਹ ਬਦਲ ਜਾਏਗੀ ਤਾਂ ਕਲੇਸ਼ ਮਿਟੇਗਾ। ਨੂੰਹ ਨੂੰ ਇਹ ਭੁਲੇਖਾ ਹੈ ਕਿ ਜੇ ਸੱਸ ਸਹੁਰਾ ਬਦਲ ਜਾਣ ਤਾਂ ਕਲੇਸ਼ ਮਿਟੇਗਾ। ਇੱਕ ਦੂਸਰੇ ਨੂੰ ਬਦਲਦਿਆਂ ਬਦਲਦਿਆਂ ਆਪਣੇ ਸੁਭਾਅ ਸੋਚ ਨੂੰ ਬਦਲਣਾ ਸਿੱਖੇ ਹੀ ਨਹੀਂ, ਆਖੋ ਵਾਹਿਗੁਰੂ। ਗੁਰਮਤਿ ਦਾ ਮਾਰਗ ਆਪਣੇ ਸੋਚ ਤੇ ਸੁਭਾਅ ਨੂੰ ਬਦਲਣ ਵਾਸਤੇ ਸਿੱਖਣਾ ਹੈ। ਸਿੱਖ ਹਾਂ, ਸਿੱਖ ਬਣ ਕੇ ਜਿਉਣਾ ਹੈ, ਸਿੱਖਦੇ ਰਹਿਣਾ ਹੈ, ਮਰਦੇ ਦਮ ਤੱਕ ਸਿੱਖਦੇ ਰਹਿਣਾ ਹੈ। ਜੋ ਵੀ ਹਾਲਾਤ ਆਵੇ ਉਹਨੂੰ ਰੱਬ ਦੀ ਰਜ਼ਾ ਸਮਝ ਕੇ ਜਿਉਣਾ ਹੈ, ਆਖੋ। ਸੋਈ ਸਿਆਣਾ ਸੋ ਪਤਵੰਤਾ, ਹੁਕਮ ਲੱਗੈ ਜਿਸ ਮੀਠਾ ਜੀਓ। ਅਸਲੀ ਸਿਆਣਾ ਉਹ ਹੈ, ਅਸਲੀ ਇੱਜ਼ਤਦਾਰ ਸਨਮਾਨ ਪਾਤਰ ਉਹ ਹੈ, ਸਤਿਕਾਰਯੋਗ ਉਹ ਹੈ, ਪਤਵੰਤਾ, ਜਿਹਨੇ ਰੱਬ ਦੇ ਨਿਜ਼ਮ ਨੂੰ, ਗੁਰੂ ਦੇ ਉਪਦੇਸ਼ ਨੂੰ ਸਮਝ ਲਿਆ, ਜਿਹਨੂੰ ਰੱਬ ਦਾ ਨਿਜ਼ਮ ਤੇ ਗੁਰੂ ਦਾ ਉਪਦੇਸ਼ ਮਿੱਠਾ ਲੱਗਦਾ ਹੈ, ਆਖੋ ਵਾਹਿਗੁਰੂ। ਸਭ ਪਰੋਈ ਇਕਤ ਧਾਗੈ, ਸਭ ਪਰੋਈ ਇਕਤ ਧਾਗੈ, ਕਿਉਂਕਿ ਵਾਹਿਗੁਰੂ ਜੀ ਨੇ ਇੱਕ ਨਿਜ਼ਮ ਬਣਾ ਦਿੱਤਾ। ਉਸ ਨਿਜ਼ਮ ਨੂੰ ਗੁਰੂ ਸਾਹਿਬ ਨੇ ਉਪਦੇਸ਼ ਰਾਹੀਂ ਸਮਝਾ ਦਿੱਤਾ। ਉਸ ਨਿਜ਼ਮ ਦੇ ਵਿੱਚ ਸਾਰੇ ਪਰੋਏ ਹੋਏ ਨੇ। ਜਿਸ ਲਾਏ ਲਏ ਸੋ ਚਰਣੀ ਲਾਗਾ, ਜਿਨ੍ਹਾਂ ਤੇ ਵਾਹਿਗੁਰੂ ਜੀ ਦੀ ਕਿਰਪਾ ਹੋਈ, ਬਖਸ਼ਿਸ਼ ਹੋਈ, ਉਹ ਗੁਰੂ ਦੇ ਚਰਣੀ ਲੱਗੇ, ਗੁਰੂ ਦੇ ਉਪਦੇਸ਼ ਮੰਨਣ ਤੁਰ ਪਏ। ਉਹ ਵਾਹਿਗੁਰੂ ਜੀ ਦੇ ਗੁਣ ਰੂਪੀ ਚਰਨਾਂ ਦੇ ਲੜ ਲੱਗ ਗਏ। ਗੁਣਾਂ ਵਾਲਾ ਜੀਵਨ ਜਿਉਣਾ, ਗੁਣਾਂ ਦੇ ਵਿੱਚ ਪਰਉਪਕਾਰ ਕਰਨਾ ਔਰ ਸ਼ੁਕਰਾਨਾ ਕਰਨਾ। ਅੰਦਰ ਪ੍ਰਵਿਰਤੀ ਕਿਵੇਂ ਬਦਲਦੀ? ਊਂਧ ਕਮਲ ਜਿਸ ਹੋਏ ਪ੍ਰਗਾਸਾ, ਤਿਨ ਸਰਬ ਨਰੰਜਨ ਡੀਠਾ ਜੀਓ। ਫੁੱਲ ਹੁੰਦਾ ਹੈ ਨਾ, ਜਦੋਂ ਕਮਲਾਇਆ ਹੁੰਦਾ ਹੈ ਨਾ, ਉਹ ਉੱਪਰੋਂ ਆਏ ਥੱਲੇ ਨੂੰ ਹੋ ਜਾਂਦਾ ਹੈ, ਕਮਲਾਇਆ ਹੋਇਆ। ਉਹਨੂੰ ਪਾਣੀ ਮਿਲ ਜਾਵੇ, ਹਵਾ ਪਾਣੀ ਮਿਲ ਜਾਵੇ, ਖਿੜ ਜਾਂਦਾ, ਉੱਪਰ ਨੂੰ ਮੂੰਹ ਹੋ ਜਾਂਦਾ ਹੈ। ਇਹ ਜਿਹੜਾ ਹਿਰਦੇ ਦਾ ਮੱਤ ਦਾ ਭਾਂਡਾ ਪੁੱਠਾ ਹੋਇਆ ਵੇ ਨਾ, ਕਮਲ ਵਾਂਗੂ ਖਿੜ ਜਾਵੇ, ਸਿੱਧਾ ਹੋ ਜਾਵੇ, ਆਖੋ ਵਾਹਿਗੁਰੂ। ਇਹ ਮੱਤ ਦਾ ਭਾਂਡਾ ਕਹਿੰਦਾ, ਮੈਨੂੰ ਨਹੀਂ ਚੰਗੀ ਲੱਗਦੀ ਸਿੱਖੀ ਦੀ ਗੱਲ, ਮੈਨੂੰ ਨਾ ਕਹੋ। ਮੈਨੂੰ ਨਹੀਂ ਲੱਗਦੀ, ਮੈਨੂੰ ਸਮਝਾਉਣ ਵਾਲੀ ਗੱਲ ਮੈਨੂੰ ਨਾ ਸਮਝਾਓ। ਕਿਉਂਕਿ ਆਪਣੇ ਆਪ ਨੂੰ ਸਮਝਿਆ, ਸਮਝਾਇਆ, ਸਿੱਖਿਆ, ਸਿਖਾਇਆ ਮੰਨ ਰਿਹਾ। ਇਹ ਜਦੋਂ ਮੱਤ ਦਾ, ਹਿਰਦੇ ਦਾ ਭਾਂਡਾ ਕਮਲ ਫੁੱਲ ਵਾਂਗੂ ਸਿੱਧਾ ਹੋ ਜਾਂਦਾ ਨਾ, ਫਿਰ ਗੁਰੂ ਦੀ ਸਿੱਖਿਆ ਬੜੀ ਚੰਗੀ ਲੱਗਦੀ ਹੈ, ਅੰਦਰ ਪੈਣ ਲੱਗ ਜਾਂਦੀ ਹੈ। ਤੇ ਸਰਬ ਨਿਰੰਜਨ ਡੀਠਾ, ਹਰ ਥਾਂ ਤੇ ਵਾਹਿਗੁਰੂ ਜੀ ਦੇਖੇ। ਪਹਿਲਾਂ ਜੇ ਕੋਈ ਸਮਝਾਉਂਦਾ ਸੀ ਤੇ ਉਹ ਕੌੜਾ ਲੱਗਦਾ ਸੀ ਤੈਨੂੰ। ਜਦੋਂ ਮੱਤ ਦਾ ਭਾਂਡਾ ਸਿੱਧਾ ਹੋ ਗਿਆ ਨਾ, ਹੁਣ ਲੱਗੇਗਾ ਸ਼ੁਕਰ ਹੈ ਵਾਹਿਗੁਰੂ ਜੀ ਇਹਦੇ 'ਚ ਆ ਕੇ ਮੈਨੂੰ ਸਿਖਾ ਰਹੇ ਨੇ, ਮੈਨੂੰ ਸਮਝਾ ਰਹੇ ਨੇ। ਕਿਸੇ ਨੂੰ ਕਹੋ ਨਾ, ਤੇਰੇ ਬੱਚੇ ਅੰਦਰ ਪਿਆਰਿਆ ਆ ਕਮਜ਼ੋਰੀਆਂ ਨੇ, ਤੇਰੇ ਸੁਭਾਅ ਵਿੱਚ ਆ ਕਮਜ਼ੋਰੀ ਹੈ, ਆ ਦੋ ਕਮਜ਼ੋਰੀਆਂ ਪੂਰੀਆਂ ਕਰ ਲੈ, ਬੱਚੇ ਇੱਦਾਂ ਕਰ ਲੈਣ, ਤੂੰ ਇੱਦਾਂ ਕਰ ਲਵੇਂ, ਘਰ ਸੰਵਰ ਜਾਏਗਾ, ਮਾਹੌਲ ਸੰਵਰ ਜਾਏਗਾ। ਉਹਨੂੰ ਕੌੜੀ ਲੱਗਦੀ ਹੈ ਕਿਉਂਕਿ ਮੱਤ ਦਾ ਭਾਂਡਾ ਪੁੱਠਾ ਹੈ। ਉਹਨੂੰ ਲੱਗਦਾ ਹੈ ਕਿ ਅਸੀਂ ਸਿਆਣੇ ਹਾਂ, ਹਾਲਾਂਕਿ ਉਹਨੂੰ ਪਤਾ ਹੁੰਦਾ ਹੈ ਕਿ ਘਰ ਵਿੱਚ ਖਿਲਾਰਾ ਪਿਆ ਹੋਇਆ ਹੈ, ਫਿਰ ਵੀ ਮੱਤ ਦਾ ਅਹੰਕਾਰ ਹੈ, ਸੁਭਾਅ ਦਾ ਅਹੰਕਾਰ ਹੈ, ਮੈਂ ਸਿਆਣਾ। ਜਦੋਂ ਮੱਤ ਦਾ ਭਾਂਡਾ ਪੁੱਠਾ ਹੁੰਦਾ ਨਾ, ਫਿਰ ਉਹਨੂੰ, ਉਸੇ ਮਨੁੱਖ ਨੂੰ ਉਸੇ ਸਿੱਖਿਆ ਦੇਣ ਵਾਲਾ ਇੱਦਾਂ ਲੱਗੇਗਾ ਕਿ ਰੱਬ ਇਹਦੇ ਵਿੱਚ ਆ ਕੇ ਮੈਨੂੰ ਸਿਖਾ ਰਿਹਾ। ਸਿੱਖਿਆ ਦੇਣ ਵਾਲੇ ਨਾਲ ਗੂੜਾ ਪਿਆਰ ਹੋਇਆ, ਸਤਿਕਾਰ ਭਾਵਨਾ ਹੋਈ, ਤੇ ਭਾਂਡਾ ਸਿੱਧਾ ਹੋਏਗਾ। ਮੱਤ ਦਾ ਭਾਂਡਾ ਉਹਨੂੰ ਸੁਜੈਸ਼ਨ ਮੰਨ ਕੇ, ਸਲਾਹ ਮੰਨ ਕੇ ਅਪਣਾ ਲਏਗਾ। ਅਗਰ ਉਹਦੇ ਪ੍ਰਤੀ ਕਨਫਿਊਜ਼ਨ ਹੈ, ਮਨ ਅੰਦਰ ਨਫ਼ਰਤ ਹੈ, ਜੈਲਸ ਸਾੜਾ ਹੈ, ਤੇ ਕੌੜਾ ਲੱਗੇਗਾ, ਆਖੋ ਵਾਹਿਗੁਰੂ। ਮੱਤ ਦਾ ਭਾਂਡਾ ਜਦੋਂ ਸਿੱਧਾ ਹੁੰਦਾ ਨਾ, ਵਾਹਿਗੁਰੂ ਜੀ ਹਾਜ਼ਰ ਨਾਜ਼ਰ ਦਿਸਦੇ ਨੇ। ਤੇਰੀ ਮਹਿਮਾ ਤੂੰ ਹੈ ਜਾਣੈ, ਵਾਹਿਗੁਰੂ ਜੀ ਤੇਰੀ ਮਹਿਮਾ ਤੂੰ ਹੀ ਜਾਣਦਾ ਹੈ। ਕਮਾਲ ਹੈ ਤੇਰੇ ਵਰਤਾਰੇ, ਕਮਾਲ ਹੈ ਵਾਹਿਗੁਰੂ ਜੀ ਤੁਹਾਡੇ ਚੋਜ। ਆਪਣਾ ਆਪ ਤੂੰ ਆਪ ਪਛਾਣੈ, ਤੁਸੀਂ ਆਪ ਹੀ ਆਪਣੇ ਆਪ ਨੂੰ ਪਹਿਚਾਣਦੇ ਹੋ।
ਕਿ ਜੇ ਕੋਈ ਆਪੇ ਨੂੰ ਪਹਿਚਾਣਦਾ ਹੈ, ਤੁਹਾਡੀ ਹੀ ਬਖਸ਼ਿਸ਼ ਹੁੰਦੀ ਹੈ। ਹਉ ਬਲਿਹਾਰੀ ਸੰਤਨ ਤੇਰੇ, ਜਿਨ ਕਾਮ ਕ੍ਰੋਧ ਲੋਭ ਪੀਠਾ ਜੀਓ। ਮੈਂ ਬਲਿਹਾਰ ਜਾਨਾ ਉਹਨਾਂ ਤੋਂ ਜਿਹੜੇ ਤੇਰੇ ਪਿਆਰੇ ਗੁਰਸਿੱਖ ਅੰਦਰੋਂ ਸੰਤ ਬਣ ਕੇ ਬਾਹਰੋਂ ਸਿਪਾਹੀ ਬਣ ਕੇ ਜਿਉਂਦੇ ਨੇ। ਉਹ ਅੰਦਰੋਂ ਬੇਕਾਰੀ ਪ੍ਰਵਿਰਤੀਆਂ ਨੂੰ ਮੈਨੇਜ ਕਰਨਾ ਸਿੱਖ ਜਾਂਦੇ ਨੇ। ਤੂੰ ਨਿਰਵੈਰ ਸੰਤ ਤੇਰੇ ਨਿਰਮਲ। ਵਾਹਿਗੁਰੂ ਜੀ, ਤੁਸੀਂ ਨਿਰਵੈਰ ਹੋ। ਤੇਰੇ ਪਿਆਰੇ ਗੁਰਸਿੱਖ ਵੀ ਅੰਦਰੋਂ ਜਦੋਂ ਸੰਤ ਬਣਦੇ ਨੇ ਨਾ, ਉਹ ਨਿਰਵੈਰ ਹੋ ਕੇ ਜਿਉਂਦੇ ਨੇ। ਉਹ ਵੈਰ ਵਿਰੋਧ ਦੀ ਮੈਲ ਵਿੱਚ ਨਹੀਂ ਜਿਉਂਦੇ। ਜਿਨ ਦੇਖੇ ਸਭ ਉਤਰਹਿ ਕਲਮਲ। ਜਿਨ੍ਹਾਂ ਨੇ ਤੁਹਾਨੂੰ ਹਾਜ਼ਰ ਨਾਜ਼ਰ ਸਮਝ ਲਿਆ, ਦਰਸ਼ਨ ਕਰ ਲਏ, ਤੁਹਾਨੂੰ ਮਹਿਸੂਸ ਕੀਤਾ ਆਪਣੇ ਅੰਦਰ ਤੇ ਹਰ ਥਾਂ ਤੇ, ਉਹਨਾਂ ਦੀਆਂ ਪਸ਼ੂ ਪ੍ਰਵਿਰਤੀਆਂ ਕੁਸੰਗੀ ਪ੍ਰਵਿਰਤੀਆਂ ਦੂਰ ਹੋ ਗਈਆਂ। ਨਾਨਕ ਨਾਮ ਧਿਆਏ ਧਿਆਏ ਜੀਵੈ, ਬਿਨਸਿਆ ਭ੍ਰਮ ਭਉ ਧੀਠਾ ਜੀਓ। ਇਹ ਨਾਨਕ ਜੀ, ਉਹਨਾਂ ਨੇ ਗਿਆਨ ਰੂਪੀ ਨਾਮ ਤੇ ਧਿਆਨ ਰੂਪੀ ਨਾਮ ਨੂੰ ਪ੍ਰੈਕਟੀਕਲ ਜ਼ਿੰਦਗੀ 'ਚ ਧਿਆ ਕੇ ਜਿਉਇਆ। ਆਖੋ ਵਾਹਿਗੁਰੂ। ਅੰਦਰੋਂ ਭਰਮ, ਇਹ ਜਿਹੜਾ ਭਰਮ ਹੈ ਨਾ, ਬੜਾ ਢੀਠ ਹੈ। ਆਖੋ ਵਾਹਿਗੁਰੂ। ਭਰਮ ਵਿੱਚ ਉਲਝਿਆ ਹੋਇਆ ਮਨ ਵੀ ਢੀਠ ਹੈ। ਧੀਠਾ ਦੇ ਅਰਥ ਹੈ ਢੀਠ, ਅਮੋੜ, ਮੁੜਦਾ ਨਹੀਂ। ਇਹ ਜਿਹੜਾ ਨਾ ਭਰਮ ਦੂਰ ਹੋ ਗਿਆ। ਮਨ ਜਿਹੜਾ ਅਮੋੜ ਸੀ ਨਾ, ਜਿਹੜਾ ਕਹਿੰਦਾ ਸੀ ਮੇਰੇ ਸੁਭਾਅ ਵਿੱਚ ਬਸ ਕਮਜ਼ੋਰੀ ਕੋਈ ਨਹੀਂ, ਮੇਰੀ ਸੋਚ ਵਿੱਚ ਕਮਜ਼ੋਰੀ ਕੋਈ ਨਹੀਂ, ਉਹ ਫਿਰ ਗੁਰੂ ਦੇ ਲੜ ਲੱਗਦਾ ਹੈ, ਗੁਰੂ ਦੇ ਉਪਦੇਸ਼ਾਂ ਦੇ ਅੱਗੇ ਢਹਿ ਪੈਂਦਾ ਹੈ। ਸਤਿਗੁਰੂ ਕਿਰਪਾ ਕਰਨ, ਸਾਡੇ ਸਾਰਿਆਂ 'ਤੇ ਬਖਸ਼ਿਸ਼ ਹੋਵੇ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਮਨ ਪੀਵੈ ਸੁਣ ਸ਼ਬਦ ਵਿਚਾਰਾ।